ਸਤਿ ਸ਼੍ਰੀ ਅਕਾਲ ਜੀ, ਮੈਂ ਸੁਮਨ ਰੂਪਰਾਏ। ਤੁਸੀਂ ਸਾਰੇ ਦੇਖ ਰਹੇ ਹੋ ਪੰਜ ਦਰਿਆ ਤੇ ਸਾਡਾ ਪ੍ਰੋਗਰਾਮ ਹੈ ਚੱਜ ਦੀਆਂ ਗੱਲਾਂ ਵਿੱਚ ਜੋਲੀ ਅੰਕਲ ਤੇ ਜੋਲੀ ਅੰਕਲ ਨਾਲ ਹਰ ਹਫਤੇ ਤੁਹਾਡਾ ਤੇ ਮੇਰਾ ਸਾਰਿਆਂ ਦਾ ਰਾਬਤਾ ਹੁੰਦਾ ਹੈ। ਬਹੁਤ ਸੋਹਣੀਆਂ ਸੋਹਣੀਆਂ ਗੱਲਾਂ ਸਾਨੂੰ ਉਹ ਦੱਸ ਕੇ ਜਾਂਦੇ ਆ ਤੇ ਅੱਜ ਦੇਖਦੇ ਹਾਂ ਕਿ ਚੱਜ ਦੀਆਂ ਗੱਲਾਂ ਦੇ ਵਿੱਚ ਸਾਨੂੰ ਕਿਹੜੀ ਪ੍ਰੇਰਨਾਦਾਇਕ ਕੋਈ ਗੱਲ ਉਹ ਦੱਸਣ ਜਾ ਰਹੇ ਹਾਂ। ਸੋ ਆਪਾਂ ਕਰਦੇ ਹਾਂ ਉਹਨਾਂ ਦਾ ਸਵਾਗਤ ਤੇ ਗੱਲਾਂ ਦੀ ਕਰਦੇ ਹਾਂ ਸ਼ੁਰੂਆਤ ਤੇ ਚੱਜ ਦੀਆਂ ਗੱਲਾਂ ਦੀ ਸ਼ੁਰੂਆਤ ਕਰਦੇ ਹਾਂ ਤੇ ਆ ਜਾਓ ਫਿਰ ਕਰੀਏ ਗੱਲਾਂ। ਲੈਟਸ ਵੈਲਕਮ ਹਿਮ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਜੋਲੀ ਅੰਕਲ? ਪਹਿਲੇ ਨਾਲੋਂ ਠੀਕ ਹੈ ਜੀ। ਚਲੋ ਸ਼ੁਕਰ ਹੈ ਰੱਬ ਦਾ, ਠੀਕ ਹੀ ਚਾਹੀਦੇ ਹੋ ਤੁਸੀਂ। ਗਰਮੀ ਪਹਿਲਾਂ ਨਾਲੋਂ ਠੀਕ ਆ ਮਤਲਬ, ਹਨਾ? ਦੇਖੋ ਪਹਿਲੇ ਨਾਲੋਂ ਠੀਕ ਆ, ਹੁਣ ਮਤਲਬ ਕਿ ਹੋਰ ਠੀਕ ਆ। ਮੀਨਸ ਸੋਚ ਅਸੀਂ ਹਮੇਸ਼ਾ ਪੋਜ਼ਿਟਿਵ ਰੱਖਣੀ ਹੈ। ਜੇ ਕਦੀ ਥੋੜਾ ਬਹੁਤ ਦੁੱਖ ਸੁੱਖ ਕੋਈ ਸਰੀਰ ਦੇ ਨਾਲ ਚੱਲਦਾ ਰਹਿੰਦਾ ਜਾਂ ਸਾਡੇ ਆਸ-ਪਾਸ ਕੁਝ ਚੱਲਦਾ ਰਹਿੰਦਾ ਹੈਗਾ ਤੇ ਉਹਨੂੰ ਕਦੇ ਵੀ ਆਪਣੇ ਉੱਤੇ ਹਾਵੀ ਨਹੀਂ ਹੋਣ ਦੇਣਾ ਤੇ ਹਮੇਸ਼ਾ ਸੋਚ ਜਿਹੜੀ ਅਸੀਂ ਪੋਜ਼ਿਟਿਵ ਤੇ ਹਮੇਸ਼ਾ ਅਸੀਂ ਬੜੇ ਵਾਹਿਗੁਰੂ ਦੀ ਕਿਰਪਾ ਹੈ, ਖੁਸ਼ ਹੈਗੇ ਆ। ਖੁਸ਼ ਰਹਿਣਾ ਚਾਹੀਦਾ ਹੈ। ਸਾਰਿਆਂ ਲਈ ਅਰਦਾਸ ਕਰਦੇ ਆ, ਆਪ ਵੀ ਸਾਨੂੰ ਖੁਸ਼ ਰਹਿਣਾ ਚਾਹੀਦਾ ਜੀ। ਖੁਸ਼ ਰਹਿਣ ਦੀ ਕੋਸ਼ਿਸ਼ ਕਰਾਂਗੇ ਤਾਂ ਹੀ ਖੁਸ਼ ਰਵਾਂਗੇ, ਹਨਾ? ਬਹੁਤ ਈਜ਼ੀ ਹੈ, ਬਹੁਤ ਈਜ਼ੀ ਹੈਗਾ। ਸਿਰਫ ਜੇ ਅਸੀਂ ਨੈਗੇਟਿਵ ਚੀਜ਼ਾਂ ਦੇ ਬਾਰੇ ਸੋਚਣਾ ਛੱਡ ਦਈਏ, ਚਿੰਤਾ ਕਰਨੀ ਛੱਡ ਦਈਏ, ਕਿਉਂਕਿ ਜਿੰਨਾਂ ਚੀਜ਼ਾਂ ਦੇ ਉੱਤੇ ਸਾਡਾ ਕੰਟਰੋਲ ਨਹੀਂ ਹੈਗਾ ਉਹਨਾਂ ਦੇ ਬਾਰੇ ਚਿੰਤਾ ਕਰਕੇ ਸਾਨੂੰ ਕੁਝ ਮਿਲਣਾ ਵੀ ਹੈ ਨਹੀਂ। ਹਾਂਜੀ ਤੇ ਉਹਦੇ ਨਾਲ ਕੀ ਹੈਗਾ ਕਿ ਸਾਡੀ ਆਪਣੀ ਜਿਹੜੀ ਆਉਣ ਵਾਲਾ ਟਾਈਮ ਹੈਗਾ ਅਸੀਂ ਉਸ ਨੂੰ ਡਿਸਟਰਬ ਕਰਦੇ ਹਾਂ ਤੇ ਉਸ ਚੀਜ਼ ਤੋਂ ਰੋਕਿਆ ਜਾ ਸਕਦਾ ਉਸ ਨੂੰ ਤੇ ਇਹਦੇ ਨਾਲ ਅਸੀਂ ਆਪਣੀ ਜ਼ਿੰਦਗੀ ਨੂੰ ਸੌਖਾ ਬਣਾ ਸਕਦੇ ਹਾਂ ਜੀ। ਫਿਰ ਅੱਜ ਕਰੀਏ ਆਪਾਂ ਸ਼ੁਰੂਆਤ ਆਪਣੀ ਕੋਈ ਗੱਲ। ਮੈਂ ਤਾਂ ਸੋਚਦੀ ਸੀ ਕੋਈ ਗੱਲ ਸੁਣੀ ਸੀ ਤੁਹਾਡੇ ਕੋਲੋਂ, ਅੱਜ ਫਿਰ ਚੱਜ ਦੀ ਕੋਈ ਗੱਲ ਸਿੱਖੀ ਸੀ। ਅੱਜ ਇੰਡੀਆ ਦੇ ਵਿੱਚ ਬਹੁਤ ਵੱਡਾ ਦਿਨ ਹੈਗਾ ਜੀ। ਸਾਨੂੰ 15ਵਾਂ ਪ੍ਰੈਜ਼ੀਡੈਂਟ ਜਿਹੜਾ ਹੈਗਾ ਉਹ ਮਹਾਮਾਈ ਦ੍ਰੋਪਦੀ ਮੁਰਮੂ ਉਹ ਇਲੈਕਟ ਹੋਏ ਨੇ ਤੇ ਮੈਂ ਪੂਰੇ ਇੰਡੀਆ ਦੇ ਜਿਹੜੇ ਇੰਡੀਆ ਤੋਂ ਬਾਹਰ ਵੀ ਸਾਡੇ ਭੈਣ ਭਰਾ ਵਸਦੇ ਨੇ ਉਹਨਾਂ ਸਾਰਿਆਂ ਨੂੰ ਮੁਬਾਰਕਬਾਦ ਦੇਣਾ ਚਾਹਾਂਗਾ ਕਿ 15ਵੇਂ ਪ੍ਰੈਜ਼ੀਡੈਂਟ ਸਾਡੇ ਇੰਡੀਆ ਦੇ ਜਿਹੜੇ ਨੇ ਉਹ ਦ੍ਰੋਪਦੀ ਮੁਰਮੂ ਜੀ ਨੇ ਇਲੈਕਸ਼ਨ ਜਿੱਤਿਆ ਹੈਗਾ ਤੇ ਉਹ 2 ਦਿਨ ਬਾਅਦ ਹੁਣ ਉਹ ਜੁਆਇਨ ਕਰਨਗੇ ਪ੍ਰੈਜ਼ੀਡੈਂਟ ਹਾਊਸ ਦੇ ਵਿੱਚ। ਤੇ ਮੇਰਾ ਖਿਆਲ ਅੱਜ ਅਸੀਂ ਉਹਨਾਂ ਦੀ ਜ਼ਿੰਦਗੀ ਤੇ ਉਹ ਰਿਲੇਟਿਡ ਪ੍ਰੇਰਨਾ ਲੈ ਕੇ ਅਸੀਂ ਗੱਲ ਕਰ ਸਕਦੇ ਹਾਂ, ਕਿਉਂਕਿ ਜਿੱਥੇ ਤੱਕ ਮੈਂ ਫੀਲ ਕਰਦਾ ਜਿਸ ਬੈਕਗਰਾਉਂਡ ਤੋਂ ਆਏ ਨੇ, ਉੜੀਸਾ ਦੇ ਕੋਲ ਇੱਕ ਪਿੰਡ ਹੈਗਾ ਉੱਥੇ ਸੰਥਾਲ, ਛੋਟਾ ਜਿਹਾ ਪਿੰਡ ਹੈ, ਤਕਰੀਬਨ 3-3.5 ਮੈਕਸਿਮਮ ਟੋਟਲ ਲੋਕ ਨੇ ਉੱਥੇ। ਅੱਛਾ। ਇਹ ਟ੍ਰਾਈਬ ਹੈਗੀ ਹੈ ਇੱਕ, ਉਸ ਟ੍ਰਾਈਬ ਤੋਂ ਬਿਲੋਂਗ ਕਰਦੇ ਨੇ। ਉੱਥੇ ਕੋਈ ਪੜ੍ਹਾਈ ਲਿਖਾਈ ਦਾ ਸਿਸਟਮ ਨਹੀਂ ਹੈਗਾ, ਉੱਥੇ ਕੋਈ ਸਪੋਰਟ ਨਹੀਂ ਹੈਗੀ, ਕੋਈ ਐਜੂਕੇਸ਼ਨ ਅਵੇਅਰਨੈਸ ਨਹੀਂ ਹੈਗੀ, ਕੋਈ ਗਾਈਡ ਕਰਨ ਵਾਲਾ ਨਹੀਂ ਹੈਗਾ। ਸ਼ੁਰੂ 'ਚ ਇਹ ਇੱਕ ਝੋਪੜੀ 'ਚ ਰਹਿੰਦੇ ਸੀ, ਹੁਣ ਤੇ ਫਿਰ ਬਾਅਦ ਵਿੱਚ ਘਰ ਇੱਕ ਇਹਨਾਂ ਨੇ ਬਣਾਇਆ, ਲੇਕਿਨ ਬਿਲਕੁਲ ਉਹ ਵੀ ਜਿਵੇਂ ਮਿਡਲ ਕਲਾਸ ਲੋਅਰ ਮਿਡਲ ਕਲਾਸ ਕਲੋਨੀ ਹੈਗੀ ਉਹਦੇ 'ਚ ਇਹਨਾਂ ਦਾ ਘਰ ਹੈਗਾ। ਉਹ ਮੈਂ ਟੀਵੀ ਤੇ ਦੇਖ ਰਿਹਾ ਸੀ ਤੇ ਕਿਉਂਕਿ ਜਦੋਂ ਇਹਨਾਂ ਨੂੰ ਪ੍ਰੈਜ਼ੀਡੈਂਟ ਲਈ ਇਹਨਾਂ ਦਾ ਨੋਮੀਨੇਸ਼ਨ ਫਾਈਨਲ ਕੀਤਾ ਸੀ, ਸਭ ਤੋਂ ਪਹਿਲੇ ਉਹ ਮੰਦਿਰ ਵਿੱਚ ਗਏ, ਉੱਥੇ ਜਾ ਕੇ ਖੁਦ ਇਹਨਾਂ ਨੇ ਝਾੜੂ ਨਾਲ ਸਫਾਈ ਕੀਤੀ। ਛੋਟਾ ਜਿਹਾ ਮੰਦਿਰ ਹੈ, ਮਤਲਬ ਕੋਈ ਬਹੁਤ ਵੱਡਾ ਮੰਦਿਰ ਨਹੀਂ, ਜਿਵੇਂ ਹਾਰਡਲੀ 100 ਗਜ ਦੇ ਵਿੱਚ ਹੋਏਗਾ। ਤੁਸੀਂ ਦੱਸ ਹੀ ਰਹੇ ਹੋ ਕਿ 3000 ਲੋਕ ਰਹਿੰਦੇ ਉੱਥੇ ਸਿਰਫ, ਹੈ ਨਾ? ਟੋਟਲ ਹਾਂ। ਉਸ ਮੰਦਿਰ ਜਾ ਕੇ ਸਫਾਈ ਕੀਤੀ, ਝਾੜੂ ਕੀਤਾ ਆਪਣੇ ਹੱਥ ਨਾਲ, ਉੱਥੇ ਜਾ ਕੇ ਜਿਹੜੇ ਵੀ ਭਗਵਾਨ ਦੇਵੀ ਦੇਵਤਾ ਨੂੰ ਮੰਨਦੇ ਉਹਦਾ ਥੈਂਕਸ ਕੀਤਾ। ਤੇ ਅੱਜ ਦੇ ਸਾਡੇ ਜਿਹੜੇ ਨਵੀਂ ਜਨਰੇਸ਼ਨ ਹੈਗੀ, ਬੱਚਿਆਂ ਦੇ ਲਈ ਅਸੀਂ ਜਿਹੜਾ ਪ੍ਰੋਗਰਾਮ ਕਰਦੇ ਹਾਂ, ਜਿਹੜੇ ਸਪੈਸ਼ਲੀ 15 ਤੋਂ 30-35 ਸਾਲ ਦਾ ਏਜ ਗਰੁੱਪ ਹੈ, ਅਸੀਂ ਉਹਨਾਂ ਨੂੰ ਫੋਕਸ ਕਰਕੇ ਇਹ ਪ੍ਰੋਗਰਾਮ ਕਰਦੇ ਹਾਂ ਕਿ ਉਹਨਾਂ ਨੂੰ ਅਸੀਂ ਇੰਸਪਾਇਰ ਕਰ ਸਕੀਏ, ਉਹਨਾਂ ਨਾਲ ਅਸੀਂ ਆਪਣਾ ਬੈਸਟ ਐਕਸਪੀਰੀਅੰਸ ਲਾਈਫ ਦਾ ਸ਼ੇਅਰ ਕਰ ਸਕੀਏ ਤਾਂ ਕਿ ਉਹਨਾਂ ਨੂੰ ਇੱਕ ਨਵੀਂ ਡਾਇਰੈਕਸ਼ਨ ਮਿਲ ਸਕੇ। ਜਿਹੜੇ ਸਟਰਗਲ ਅਸੀਂ ਦੇਖੇ ਨੇ, ਜਿਹੜੇ ਮੁਸ਼ਕਲਾਂ ਦੇ ਦੌਰ ਵਿੱਚੋਂ ਅਸੀਂ ਨਿਕਲੇ ਆ, ਉਹਨਾਂ ਨੂੰ ਉਹਦੇ ਤੋਂ ਨਾ ਨਿਕਲਣਾ ਪਏ, ਉਹ ਉਹਦੇ ਤੋਂ ਬਚ ਸਕਣ। ਤੇ ਇਹਨਾਂ ਸਾਰੀਆਂ ਗੱਲਾਂ ਨੂੰ ਮੈਂ ਜਦੋਂ ਧਿਆਨ ਵਿੱਚ ਰੱਖਿਆ ਤੇ ਮੈਨੂੰ ਲੱਗਾ ਕਿ ਇਸ ਤੋਂ ਵੱਡਾ ਦੁਨੀਆ ਦੇ ਵਿੱਚ ਇੰਸਪਾਇਰੇਸ਼ਨ ਦਾ ਕੋਈ ਸੋਰਸ ਹੋ ਹੀ ਨਹੀਂ ਸਕਦਾ ਕਿ ਇੱਕ ਲੇਡੀ ਜਿਹਦੇ ਕੋਲ ਕੁਝ ਵੀ ਨਹੀਂ ਸੀ ਕੱਲ ਤੱਕ, ਆਪਣੇ ਘਰ ਦੇ ਛੋਟੇ ਤੋਂ ਛੋਟਾ ਕੰਮ ਹੀ ਉਹਨਾਂ ਨੂੰ ਖੁਦ ਕਰਨਾ ਪੈਂਦਾ ਸੀ,
ਹੁਣ ਕੱਲ ਜਦੋਂ ਇਹ ਪ੍ਰੈਜ਼ੀਡੈਂਟ ਹਾਊਸ 'ਚ ਚਲੇ ਜਾਣਗੇ ਤੇ 750 ਇੰਪਲਾਈ ਰਾਉਂਡ ਦੀ ਕਲੌਕ ਇਹਨਾਂ ਦੀ ਸੇਵਾ 'ਚ ਹਾਜ਼ਰ ਹੋਣਗੇ। ਇੰਡੀਆ ਦਾ ਸਭ ਤੋਂ ਵੱਡਾ ਅਹੁਦਾ 140 ਕਰੋੜ ਬੰਦਿਆਂ ਦਾ ਜਿਹੜਾ ਦੇਸ਼, ਉਹਦਾ ਪ੍ਰੈਜ਼ੀਡੈਂਟ ਬਣਨਾ ਬਹੁਤ ਵੱਡੀ ਗੱਲ ਹੈ। ਬਹੁਤ ਵੱਡੀ ਗੱਲ ਹੈ, ਬਹੁਤ ਵੱਡੀ ਗੱਲ ਹੈ। ਤੇ ਯੰਗਸਟਰਸ ਨੂੰ ਇਹ ਚੀਜ਼ ਜੇ ਇਹ ਨਾ ਸਿਰਫ ਸਮਝ ਆ ਜਾਏ, ਇਹ ਨਾ ਆਪਣੇ ਦਿਲ 'ਚੋਂ ਬਿਠਾ ਲੈਣ, ਆਪਣੇ ਦਿਮਾਗ ਵਿੱਚ ਇਸ ਦੀ ਛਾਪ ਇੱਕ ਬਣਾ ਲੈਣ, ਉਹਨਾਂ ਨੂੰ ਇੰਸਪਾਇਰੇਸ਼ਨ ਲੈਣ ਲਈ, ਉਸ ਤੋਂ ਬਾਅਦ ਕਦੀ ਉਹਨਾਂ ਨੂੰ ਕੋਈ ਐਕਸਕਿਊਜ਼ ਦੇਣ ਲਈ ਨਹੀਂ ਲੋੜ ਪਏਗੀ ਕਿ ਮੇਰੇ ਕੋਲ ਇਹ ਨਹੀਂ ਸੀ ਤੇ ਮੈਂ ਇਹ ਨਹੀਂ ਕਰ ਸਕਿਆ, ਇਹ ਹੁੰਦਾ ਤੇ ਮੈਂ ਇਹ ਕਰ ਲੈਂਦਾ। ਉਹ ਸਾਰੀਆਂ ਗੱਲਾਂ ਤੋਂ ਇੱਕਦਮ ਮਤਲਬ ਕਿ ਇੰਨਾ ਚਾਰਜ ਹੋ ਸਕਦੇ ਹੈਗੇ ਨੇ ਔਰ ਇੰਨੇ ਕਰਿਸ਼ਮੇ ਕਰ ਸਕਦੇ ਨੇ ਲਾਈਫ ਵਿੱਚ ਕਿ ਉਹ ਖੁਦ ਵੀ ਹੈਰਾਨ ਹੋ ਜਾਣਗੇ ਕਿ ਇਹ ਕਿੱਦਾਂ ਹੋ ਗਿਆ। ਬਹੁਤ ਵੱਡੀ ਅਚੀਵਮੈਂਟ ਆ ਉਹਨਾਂ ਲਈ। ਤੁਸੀਂ ਕਹਿ ਰਹੇ ਹੋ ਕਿ ਐਜੂਕੇਸ਼ਨ ਸਿਸਟਮ ਨਹੀਂ, ਕੋਈ ਹੈ ਨਹੀਂ, ਕੋਈ ਹੈਲਪ ਨਹੀਂ, ਕੁਛ ਨਹੀਂ, ਹੈ ਨਾ। ਦੇਖੋ ਕਿੱਦਾਂ ਇਹ ਤੇ ਇੱਕ ਚੀਜ਼ ਹੋ ਗਈ, ਚਲੋ ਮਤਲਬ ਕਿ ਸਪੋਰਟ ਸਿਸਟਮ ਨਹੀਂ ਸੀ ਹੈਗਾ। ਦੂਸਰਾ, ਲਾਈਫ ਵੀ ਉਹਨਾਂ ਦੀ ਬੜੀ ਚੈਲੰਜਿੰਗ ਰਹੀ ਹੈਗੀ। ਇਹਨਾਂ ਦੇ ਹਸਬੈਂਡ ਦੀ ਡੈਥ ਹੋ ਗਈ, 2 ਬੇਟੇ ਸੀ, ਪਹਿਲੇ ਇੱਕ ਬੇਟੇ ਦੀ ਡੈਥ ਹੋਈ, 4 ਸਾਲ ਦੇ ਬਾਅਦ ਰੋਡ ਐਕਸੀਡੈਂਟ ਦੇ ਵਿੱਚ ਦੂਸਰੇ ਬੇਟੇ ਦੀ ਇਹਨਾਂ ਦੀ ਡੈਥ ਹੋ ਗਈ। ਬੇਟੇ ਦੀ ਵੀ ਡੈਥ ਹੋ ਗਈ? ਅੱਛਾ। ਦੋਨੋਂ ਬੇਟੇ ਚਲੇ ਗਏ, ਹਸਬੈਂਡ ਚਲੇ ਗਏ, ਇੱਕ ਬੇਟੀ ਰਹਿ ਗਈ ਇਹਨਾਂ ਕੋਲ। ਇੱਕ ਵਾਰੀ ਇਹ ਵੀ ਡਿਪਰੈਸ਼ਨ ਵਿੱਚ ਆ ਗਏ। ਉਸ ਤੋਂ ਬਾਅਦ ਜਦੋਂ ਇਹਨਾਂ ਦੇ ਛੋਟੇ ਬੇਟੇ ਦੀ ਡੈਥ ਹੋਈ ਹੈ, ਉਸ 1 ਮਹੀਨੇ ਦੇ ਵਿੱਚ ਇਹਨਾਂ ਦੇ ਪੇਰੈਂਟਸ ਦੀ ਵੀ ਡੈਥ ਹੋਈ। 1 ਮਹੀਨੇ ਦੇ ਅੰਦਰ 3 ਫੈਮਿਲੀ ਮੈਂਬਰ ਚਲੇ ਗਏ ਇਹਨਾਂ ਦੇ। ਮਤਲਬ ਕਿ ਵੱਡੇ ਤੋਂ ਵੱਡਾ ਵੀ ਜਿਹੜਾ ਬਹੁਤ ਸਟਰੋਂਗ ਆਦਮੀ ਹੋਏਗਾ ਨਾ, ਉਹ ਵੀ ਟੁੱਟ ਜਾਂਦਾ ਹੈ ਜਦੋਂ ਘਰ ਦੇ 3 ਜੀ 1 ਮਹੀਨੇ ਦੇ ਅੰਦਰ ਅੰਦਰ ਕੁਝ ਦਿਨਾਂ ਦੇ ਗੈਪ ਦੇ ਉੱਤੇ ਚਲੇ ਜਾਣ ਤੇ ਉਹ ਟੁੱਟ ਜਾਂਦਾ। ਇਹ ਕੁਝ ਟਾਈਮ ਡੈਫੀਨੇਟਲੀ ਡਿਪਰੈਸ਼ਨ ਵਿੱਚ ਆ ਗਏ, ਲੇਕਿਨ ਮੈਂਟਲੀ ਸਟਰੋਂਗ ਸੀ। ਮੈਂਟਲੀ ਸਟਰੋਂਗ ਹੋਣ ਕਰਕੇ ਇਹਨਾਂ ਨੇ ਡਿਸੀਜਨ ਲਿਆ। ਉੱਥੇ ਪੰਚਾਇਤ, ਇਹਨਾਂ ਦੇ ਫਾਦਰ ਪੰਚਾਇਤ ਨਾਲ ਜੁੜੇ ਹੋਏ ਸੀ, ਪੰਚਾਇਤ ਦੇ ਵਿੱਚ ਇਹਨਾਂ ਨੇ ਇਲੈਕਸ਼ਨ ਲੜਿਆ ਤੇ ਉਹ ਸਰਪੰਚ ਬਣੇ। ਉਸ ਤੋਂ ਬਾਅਦ ਕਾਉਂਸਲਰ ਬਣੇ, ਐਮਐਲਏ ਬਣੇ। ਫਿਰ ਇੱਕ ਟਾਈਮ ਤੇ ਝਾਰਖੰਡ, ਸਾਡੇ ਇੱਥੇ ਇੱਕ ਸਟੇਟ ਹੈਗੀ, ਉਹਦੇ ਗਵਰਨਰ ਵੀ ਰਹੇ। ਔਰ ਅੱਜ ਦੁਨੀਆ ਦੇ ਵਿੱਚ ਉਹਨਾਂ ਨੇ ਮਿਸਾਲ ਕਾਇਮ ਕਰ ਦਿੱਤੀ, ਪ੍ਰੈਜ਼ੀਡੈਂਟ ਦੀ ਪੋਸਟ ਤੇ ਪਹੁੰਚ ਗਏ। ਵਿਲ ਪਾਵਰ ਦੀ ਕਹਿ ਸਕਦੇ ਆ ਕਿ ਉਹਨਾਂ ਦੀ ਵਿਲ ਪਾਵਰ ਬਹੁਤ ਸਟਰੋਂਗ ਰਹੀ ਹੈ, ਹਨਾ। ਵਿਲ ਪਾਵਰ ਸਾਡੀ ਲਾਈਫ ਵਿੱਚ ਛੋਟਾ ਜਿਹਾ ਝਟਕਾ ਆਉਂਦਾ ਹੈਗਾ ਤੇ ਅਸੀਂ ਆਪਣੇ ਆਪ ਨੂੰ ਅਪਸੈਟ ਫੀਲ ਕਰਦੇ ਹਾਂ, ਅਸੀਂ ਡਿਪਰੈਸ ਫੀਲ ਕਰਦੇ ਹਾਂ ਕਿ ਸਾਡੀ ਜ਼ਿੰਦਗੀ 'ਚ ਹੁਣ ਇਹ ਹੋ ਗਿਆ, ਹੁਣ ਤੇ ਅਸੀਂ ਅੱਗੇ ਵੱਧ ਨਹੀਂ ਸਕਦੇ। ਇੱਕ ਵਾਰੀ ਕਿਸੇ ਐਗਜ਼ਾਮ ਵਿੱਚ ਫੇਲ ਹੋ ਜਾਂਦੇ ਹਾਂ, ਸਾਨੂੰ ਲੱਗਦਾ ਹੁਣ ਤੇ ਕੁਝ ਅੱਗੇ ਨਹੀਂ ਹੋ ਪਾਏਗਾ ਸਾਡੇ ਕੋਲ। ਕੋਈ ਫੈਮਿਲੀ ਸੈਟਬੈਕ ਆ ਗਿਆ, ਕੋਈ ਬਿਜ਼ਨਸ ਵਿੱਚ ਘਾਟਾ ਆਉਂਦਾ ਹੈ ਤਾਂ ਸਾਨੂੰ ਲੱਗਦਾ ਹੈ ਕਿ ਜ਼ਿੰਦਗੀ ਖਤਮ ਹੋ ਗਈ। ਲੇਕਿਨ ਜੇ ਅਸੀਂ ਇਹਨਾਂ ਚੀਜ਼ਾਂ ਦੇ ਦਬਾਅ 'ਚ ਨਾ ਆਈਏ, ਕਿਉਂਕਿ ਇਹ ਤਾਂ ਪਾਰਟ ਆਫ ਦਾ ਲਾਈਫ ਨੇ, ਇਹਨਾਂ ਨੂੰ ਹੈਂਡਲ ਕਰਨਾ ਜਿਹੜਾ ਹੈਗਾ, ਦੈਟ ਇਜ਼ ਆਰਟ ਆਫ ਲਾਈਫ। ਤੇ 2 ਚੀਜ਼ਾਂ ਨੂੰ ਸਮਝਣਾ ਪਏਗਾ, ਉਹ ਇਹਨਾਂ ਦੀ ਲਾਈਫ ਤੋਂ ਅਸੀਂ ਸਿੱਖ ਸਕਦੇ ਹੈਗੇ। ਸਹੀ ਹੈ। ਪਾਰਟ ਆਫ ਲਾਈਫ, ਘਰ ਦੇ 3 ਜੀ ਚਲੇ ਗਏ, ਕੋਈ ਗੱਲ ਨਹੀਂ, ਜਿੱਦਾਂ ਵਾਹਿਗੁਰੂ ਨੂੰ, ਰੱਬ ਨੂੰ ਮਨਜ਼ੂਰ ਸੀ, ਉਹਨੂੰ ਐਕਸੈਪਟ ਕੀਤਾ। ਲੇਕਿਨ ਜ਼ਿੰਦਗੀ ਨੂੰ ਜੀਣ ਦੀ ਕਲਾ, ਆਰਟ ਆਫ ਲਾਈਫ, ਉਹ ਇਹਨਾਂ ਕੋਲੋਂ ਅਸੀਂ ਸਿੱਖ ਸਕਦੇ ਹਾਂ। ਕਰੋੜਾਂ ਲੋਕਾਂ ਲਈ, ਲੱਖਾਂ ਲਈ ਨਹੀਂ ਮੈਂ ਕਹਿ ਸਕਦਾ, ਕਰੋੜਾਂ ਲੋਕਾਂ ਲਈ ਆਉਣ ਤੱਕ ਜਿਹੜੀਆਂ ਸਦੀਆਂ ਹੈਗੀਆਂ ਨੇ ਉਹਨਾਂ ਲਈ ਇਹ ਮਿਸਾਲ ਬਣ ਜਾਣਗੇ। ਸਿਰਫ ਹੁਣ ਹੈਗਾ ਕਿ ਸਾਨੂੰ ਅੰਦਰੋਂ ਕਿੰਨੀ ਭੁੱਖ ਹੈ, ਕਿੰਨੀ ਪਿਆਸ ਹੈ ਕਿ ਅਸੀਂ ਕਿੰਨਾ ਕੁਝ ਸਿੱਖਣਾ ਹੈਗਾ। ਸਾਨੂੰ ਇਸ ਤੋਂ ਵੱਡੀ ਇੰਸਪਾਇਰੇਸ਼ਨ ਮੇਰੇ ਖਿਆਲ ਪੜ੍ਹਨ ਲਈ, ਸਿੱਖਣ ਲਈ ਕੋਈ ਕਿਤਾਬਾਂ ਪੜ੍ਹਨ ਦੀ ਲੋੜ ਨਹੀਂ ਹੈ, ਕੋਈ ਮੋਟੀਵੇਸ਼ਨਲ ਵੀਡੀਓ ਜਾਂ ਸੈਮੀਨਾਰ ਅਟੈਂਡ ਕਰਨ ਦੀ ਲੋੜ ਨਹੀਂ। ਇੱਕ ਨਾਂ ਜਿਹੜਾ ਹੈਗਾ ਉਹ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਪੋਜ਼ਿਟਿਵ ਬਦਲਾਵ ਲਿਆ ਸਕਦਾ ਹੈ। ਤੇ ਯੰਗਸਟਰਸ ਨੂੰ ਅਸੀਂ ਜ਼ਰੂਰ ਇਹ ਸਟਰੋਂਗ ਮੈਸੇਜ ਦਈਏ ਕਿ ਜੇ ਇੱਕ ਬਿਲਕੁਲ ਆਰਡੀਨਰੀ ਲੇਡੀ, ਬਿਲਕੁਲ ਜ਼ੀਰੋ ਤੋਂ ਮੈਂ ਕਹਿ ਸਕਦਾ, ਔਰ ਸਭ ਤੋਂ ਟਾਪ ਪੋਸਟ, ਅੱਛਾ ਸਿਰਫ ਪ੍ਰੈਜ਼ੀਡੈਂਟ ਨਹੀਂ, ਹੁਣ ਜਿਹੜੀਆਂ ਇੰਡੀਆ ਦੀਆਂ 3 ਫੋਰਸਿਸ ਹੈਗੀਆਂ ਨੇ ਉਹਨਾਂ ਦੇ ਵੀ ਇੱਕ ਚੀਫ ਹੁੰਦੇ ਨੇ। ਸਾਡੇ ਇੱਥੇ ਜਿਹੜਾ ਪ੍ਰੈਜ਼ੀਡੈਂਟ ਹੁੰਦਾ ਉਹਨਾਂ ਦੇ ਵੀ ਚੀਫ,
ਉਹ ਵੀ ਸਾਰੇ ਮਤਲਬ ਕਿ ਇਹਨਾਂ ਨੂੰ ਰਿਪੋਰਟ ਕਰਨਗੇ। ਕਿੰਨੀ ਵੱਡੀ ਆਨਰ ਦੀ ਗੱਲ ਹੈ। ਹੁਣੇ ਮੇਰੀ ਗ੍ਰੈਂਡ ਡਾਟਰ ਰਵਾਨੀ ਬੈਠੀ ਸੀ, ਉਹ ਮੈਨੂੰ ਪੁੱਛ ਰਹੀ ਸੀ ਵੀ ਕੀ ਕੁਆਲੀਫਿਕੇਸ਼ਨ ਹੁੰਦੀ ਹੈ, ਕਿਸ ਤਰ੍ਹਾਂ ਬਣਦੇ ਨੇ। ਮਤਲਬ ਕਿ ਉਹਦੇ ਅੰਦਰ ਵੀ ਇੱਕ ਜਿਗਿਆਸਾ ਜਾਗੀ, ਸੋਚ ਕੇ। ਹਾਂਜੀ, ਕਿੱਦਾਂ ਮਤਲਬ ਕਿ ਅਸੀਂ ਮਤਲਬ ਕਿ ਇਸ ਲੈਵਲ ਤੱਕ ਪਹੁੰਚ ਸਕਦੇ। ਉਹ ਚੀਜ਼ ਹਰ ਇਨਸਾਨ ਦੇ ਅੰਦਰ ਸਾਨੂੰ ਮਤਲਬ ਕਿ ਜਗਾਉਣ ਦੀ ਲੋੜ ਹੈਗੀ। ਇਹ ਪ੍ਰੋਗਰਾਮ ਦਾ ਪਰਪਸ ਇਹੀ ਹੈਗਾ ਕਿ ਅਸੀਂ ਉਹ ਚੀਜ਼, ਉਹ ਚਿੰਗਾਰੀ ਨੂੰ ਜਲਾ ਸਕੀਏ, ਔਰ ਜਲਾ ਕੇ ਉਸਨੂੰ ਪ੍ਰੇਰਨਾ ਉਸਨੂੰ ਲਗਾਤਾਰ ਮਤਲਬ ਕਿ ਉਸਨੂੰ ਉਹਨਾਂ ਦੇ ਅੰਦਰ ਪੈਦਾ ਕਰਦੇ ਰਹੀਏ ਕਿ ਤੁਸੀਂ ਵੀ ਕਰ ਸਕਦੇ ਹੋ, ਤੁਸੀਂ ਵੀ ਕਰ ਸਕਦੇ ਹੋ। ਕੋਈ ਕਮੀ ਨਹੀਂ ਹੈਗੀ, ਕਿਉਂਕਿ ਉਹਨਾਂ ਨੇ ਇਨਫੀਰੀਅਰਿਟੀ ਕੰਪਲੈਕਸ ਨੂੰ ਨਹੀਂ ਦੇਖਿਆ ਕਿ ਮੇਰੀ ਬੋਡੀ, ਮੇਰੀ ਸਕਿਨ, ਮੇਰਾ ਪਰਿਵਾਰ ਛੋਟਾ ਹੈਗਾ ਜਾਂ ਮੈਂ ਛੋਟੇ ਘਰ ਤੋਂ ਹੈਗੀ ਹਾਂ। ਸਾਰੀਆਂ ਚੀਜ਼ਾਂ ਨੂੰ ਉਹਨਾਂ ਨੇ ਇੱਕ ਸਾਈਡ ਤੇ ਕਰਕੇ, ਔਰ ਉਸ ਤੋਂ ਬਾਅਦ ਉਹ ਮਤਲਬ ਕਿ ਹਰ ਦਿਨ ਇੱਕ ਸਟੈਪ ਅੱਗੇ ਚੱਲਦੇ ਗਏ, ਔਰ ਚਲਦੇ ਚਲਦੇ ਉਹਨਾਂ ਨੇ ਪੂਰੀ ਦੁਨੀਆ ਦੇ ਵਿੱਚ ਅੱਜ ਮਿਸਾਲ ਕਾਇਮ ਕਰ ਦਿੱਤੀ। ਸਿਰਫ ਇਹ ਉਹਦੇ ਪਿੱਛੇ ਹੈਗਾ ਸੀ ਉਹਨਾਂ ਦਾ ਵਿਜ਼ਨ ਸੀ ਕਿ ਵੀ ਜਿਹੜਾ ਹੈਗਾ ਉਹ ਕਰਨਾ ਹੈਗਾ। ਇੱਕ ਉਹਨਾਂ ਦੀ ਇਮੇਜਿਨਰੀ ਪਾਵਰ ਸੀ ਕਿ ਮੈਂ ਮਾਈਂਡ ਵਿੱਚ ਉਹਨਾਂ ਨੇ ਇੱਕ ਚੀਜ਼ ਇਮੇਜਿਨ ਕਰ ਲਈ ਸੀ ਕਿ ਵੀ ਮੈਂ ਹੌਲੀ ਹੌਲੀ ਹਰ ਦਿਨ ਇੱਥੇ ਤੱਕ ਪਹੁੰਚਣਾ ਹੈ। ਨਹੀਂ ਤੇ ਆਮ ਬੰਦਾ ਮਤਲਬ ਕਿ ਸ਼ਹਿਰਾਂ 'ਚ ਅਸੀਂ ਰਹਿੰਦੇ ਹਾਂ, ਅਸੀਂ ਇੱਥੇ ਬੱਚਿਆਂ ਨੂੰ ਦੇਖਦੇ ਹੈਗੇ ਆ, मेरे पास बाइक नहीं है इसलिए मैं कॉलेज लैपटॉप नहीं है, मेरे पास वो नहीं है, मेरे पास आ नहीं है, ਆਹੀ ਕੁਛ ਆ। ਫਿਰ ਅੱਛਾ, ਬੱਚੇ ਅੱਜਕੱਲ ਗੇਮਾਂ ਤੇ ਜ਼ਿਆਦਾ ਹੋ ਗਏ ਆ ਕਿ ਗੇਮਸ ਜ਼ਿਆਦਾ ਖੇਡਣ ਲੱਗੇ ਕਈ ਬੱਚੇ, ਹੈ ਨਾ। ਦੇਖੋ, ਜ਼ਿੰਦਗੀ ਤੇ ਇੱਕੋ ਹੀ ਹੈ, ਜਾਂ ਤੇ ਸੋ ਕੇ ਗੁਜ਼ਾਰ ਦਿਓ ਜਾਂ ਉਹਨੂੰ ਤੁਸੀਂ ਸੁਣਨਾ ਬਣਾ ਦਿਓ। ਇਹ ਹੁਣ ਸਾਡੇ ਹੱਥ 'ਚ ਹੈਗਾ ਕਿ ਅਸੀਂ ਸੋਣਾ ਨੂੰ, ਨੀਂਦ ਨੂੰ ਪ੍ਰੈਫਰ ਕਰਨਾ ਹੈ ਜਾਂ ਜ਼ਿੰਦਗੀ ਨੂੰ ਸੋਨਾ ਬਣਾਉਣਾ ਹੈ। ਸੋਨਾ ਬਣਾਉਣਾ ਹੈ ਤੇ ਸੋਨੇ ਦੀ ਤਰ੍ਹਾਂ ਤਪਣਾ ਵੀ ਪਏਗਾ। ਸੋਨੇ ਦੀ ਤਰ੍ਹਾਂ ਹੁਣ ਗਹਿਣੇ ਬਣਦੇ ਨੇ, ਹਲਕੀ ਹਲਕੀ ਚਾਹੇ ਚੋਟ ਮਾਰਦਾ ਸੁਨਿਆਰਾ ਜਦੋਂ ਗਹਿਣੇ ਬਣਾਉਂਦਾ, ਲੇਕਿਨ ਹਜ਼ਾਰਾਂ ਚੋਟਾਂ ਲੱਗਦੀਆਂ ਨੇ ਤੇ ਤਾਂ ਉਹਦੀ ਸ਼ੇਪ ਆਉਂਦੀ ਹੈ, ਤਾਂ ਉਹਦੀ ਬਿਊਟੀ ਆਉਂਦੀ, ਤਾਂ ਉਹਦੀ ਮੁੱਲ ਪੈਂਦਾ ਹੈ ਕਿ ਵੀ ਹਾਂ ਲੋਹਾ ਹੈਗਾ, ਲੋਹੇ ਨੂੰ ਵੀ ਗਰਮ ਕੀਤਾ ਜਾਂਦਾ ਹੈ, ਉਹਨੂੰ ਵੀ ਜੇ ਸ਼ੇਪ ਵਿੱਚ ਲਿਆਣਾ ਹੈ ਤੇ ਉਹਨੂੰ ਵੀ ਚੋਟਾਂ ਮਾਰੀਆਂ ਜਾਂਦੀਆਂ ਨੇ, ਤੇ ਤਪਣਾ ਵੀ ਪਏਗਾ, ਚੋਟਾਂ ਵੀ ਸਹਿਣੀਆਂ ਪੈਣਗੀਆਂ। ਜ਼ਿੰਦਗੀ ਤਾਂ ਹੀ ਫਿਰ ਨਿਖਰ ਕੇ ਸ਼ੇਪ ਵਿੱਚ ਆਏਗੀ, ਉਸ ਦੇ ਬਿਨਾਂ ਸ਼ੇਪ ਵਿੱਚ ਨਹੀਂ ਆ ਸਕਦੀ ਹੈਗੀ। ਠੀਕ ਹੈ, ਬਿਲਕੁਲ। ਤੇ ਇਤਿਹਾਸ ਲਿਖਣ ਲਈ ਸਾਨੂੰ ਕਲਮ ਨਹੀਂ ਚਾਹੀਦੀ। ਇਤਿਹਾਸ ਲਿਖਣਾ ਹੈਗਾ ਤੇ ਉਹਦੇ ਲਈ ਹਿੰਮਤ ਔਰ ਹੌਸਲਾ ਚਾਹੀਦਾ ਹੈ। ਦੈਟਸ ਇਟ। ਲੋਕੀ, ਆਮ ਲੋਕ ਜਿਹੜੇ ਨੇ ਉਹ ਪਾਣੀ ਨਾਲ ਨਹਾਉਂਦੇ ਨੇ, ਲੇਕਿਨ ਜੇ ਇਤਿਹਾਸ ਤੁਸੀਂ ਰਚਨਾ ਹੈਗਾ ਤੁਹਾਨੂੰ ਪਸੀਨੇ ਨਾਲ ਨਹਾਉਣਾ ਪਏਗਾ। ਪਸੀਨਾ ਬਹਾਵਾਂਗੇ, ਪਸੀਨੇ ਨਾਲ ਨਹਾਵਾਂਗੇ, ਫਿਰ ਇਤਿਹਾਸ ਰਚਿਆ ਜਾ ਸਕਦਾ ਹੈਗਾ। ਨਹੀਂ ਤੇ ਜਿਵੇਂ ਬਾਕੀ ਭੀੜ ਚੱਲ ਰਹੀ ਹੈਗੀ, ਹਜ਼ਾਰਾਂ ਲੱਖਾਂ ਕਰੋੜਾਂ ਲੋਕ ਚੱਲ ਰਹੇ ਨੇ, ਉਸੇ ਤਰ੍ਹਾਂ ਆਵਾਂਗੇ, ਖਾਵਾਂ ਪੀਵਾਂਗੇ, ਕੋਈ ਨੌਕਰੀ ਕਰਕੇ ਤੇ ਜ਼ਿੰਦਗੀ ਗੁਜ਼ਾਰ ਲਾਂਗੇ। ਤੁਸੀਂ ਫਿਰ ਐਕਸਟਰਾਆਰਡੀਨਰੀ ਜਾਂਦੇ ਆ, ਇਹ ਤਾਂ ਸਾਰੇ ਕਰਦੇ, ਸਾਰੇ ਕਰਦੇ, ਸਾਰੇ ਕਰਦੇ, ਇਨਸਾਨ ਕਰਦੇ, ਜ਼ਿੰਦਗੀ ਤੇ ਜਾਨਵਰ ਵੀ ਗੁਜ਼ਾਰ ਲੈਂਦੇ ਨੇ। ਅਸੀਂ ਜ਼ਿੰਦਗੀ ਸਿਰਫ ਗੁਜ਼ਾਰਨ ਲਈ ਥੋੜਾ ਆਏ। ਸਹੀ ਕਿਹਾ ਤੁਸੀਂ। ਕੁਛ ਤੇ ਅਸੀਂ ਅਨੂਠਾ ਕਰਕੇ ਜਾਈਏ ਨਾ, ਕੁਛ ਤੇ ਐਸਾ ਯੂਨੀਕ ਕਰੀਏ ਨਾ। ਤੇ ਜਿਹੜੀ ਵੱਡੀ ਕਾਮਯਾਬੀ ਹੈ, ਹੁਣ ਜਿਵੇਂ ਅਸੀਂ ਪ੍ਰੈਜ਼ੀਡੈਂਟ ਸਾਹਿਬ ਦਾ ਰੈਫਰੈਂਸ ਦੇ ਰਹੇ ਹੈਗੇ, ਤੇ ਕਾਮਯਾਬੀ ਕੋਈ ਵੀ ਹੈ, ਕਿਸੇ ਲੈਵਲ ਦੀ ਹੈਗੀ, ਉਹ ਜਿਹੜੀ ਹੈਗੀ ਹੈ ਉਹ ਪਰੇਸ਼ਾਨੀਆਂ, ਦੁੱਖਾਂ, ਕਸ਼ਟ ਦੀਆਂ ਗਲੀਆਂ ਚੋਂ ਹੋ ਕੇ ਨਿਕਲਦੀ ਹੈ। ਕਾਮਯਾਬੀ ਦਾ ਰਸਤਾ ਸੌਖਾ ਨਹੀਂ ਹੈਗਾ। ਉਹ ਸਾਰੀਆਂ ਜਿਹੜੀਆਂ ਗਲੀਆਂ ਹੈਗੀਆਂ ਨੇ ਨਾ, ਕਦੀ ਦੁੱਖ ਆ ਗਿਆ, ਕਦੀ ਪਰੇਸ਼ਾਨੀ ਆ ਗਈ, ਕਦੀ ਪੈਸੇ ਦੀ ਤੰਗੀ ਆ ਗਈ, ਕਦੀ ਗਰੀਬੀ ਆ ਗਈ, ਇਹਨਾਂ ਸਾਰੀਆਂ ਗਲੀਆਂ ਚੋਂ ਨਿਕਲ ਕੇ ਤੇ ਫਿਰ ਤੇ ਜੇ ਅਸੀਂ ਉਹਨਾਂ ਗਲੀਆਂ ਤੋਂ ਘਬਰਾ ਜਾਵਾਂਗੇ, ਡਰ ਜਾਵਾਂਗੇ ਵੀ ਇਹ ਤੰਗ ਗਲੀਆਂ ਨੇ, ਡਰਾਵਣੀਆਂ ਨੇ, ਇੱਥੋਂ ਨਹੀਂ ਨਿਕਲਿਆ ਜਾ ਸਕਦਾ, ਫਿਰ ਅਸੀਂ ਮੰਜ਼ਿਲ ਤੱਕ ਜਿਹੜਾ ਹੈ ਉਹ ਨਹੀਂ ਪਹੁੰਚ ਸਕਦੇ ਹੈਗੇ। ਤੇ ਜੇ ਵੱਡੀ ਕਾਮਯਾਬੀ ਹਾਸਲ ਕਰਨੀ ਹੈ ਤੇ ਸਾਨੂੰ ਆਪਣੇ ਆਪ ਨੂੰ ਇੰਨਾ ਤਿਆਰ ਕਰਨਾ ਪਏਗਾ ਕਿ ਅਸੀਂ ਇਹਨਾਂ ਗਲੀਆਂ ਦੇ ਵਿੱਚੋਂ ਨਿਕਲ ਸਕੀਏ।
ਤੁਹਾਨੂੰ ਕਿੱਦਾਂ ਲੱਗਾ ਇਹ ਇਨਸਪਾਇਰੇਸ਼ਨ ਦਾ ਸੋਰਸ ਜਿਹੜਾ ਹੈਗਾ ਕਿ ਤੁਸੀਂ ਜੇ ਆਪਣੇ ਵੱਲੋਂ ਇੱਕ ਮੈਸੇਜ ਦੇਣਾ ਹੋਏ ਤੇ ਤੁਸੀਂ ਕਿੱਦਾਂ ਦਿਓਗੇ ਮੈਸੇਜ ਇਸ ਤਰ੍ਹਾਂ ਦੀ ਪਰਸਨੈਲਿਟੀ ਨੂੰ ਦੇਖ ਕੇ? ਪਹਿਲੀ ਗੱਲ ਤਾਂ ਆਪਾਂ ਜਿੰਨੀਆਂ ਵੀ ਗੱਲਾਂ ਕੀਤੀਆਂ ਹਨਾ, ਉਹਨਾਂ ਗੱਲਾਂ ਤੋਂ ਪਤਾ ਹੀ ਲੱਗ ਰਿਹਾ ਕਿ ਉੱਥੇ ਕੁਝ ਵੀ ਨਹੀਂ ਸੀਗਾ, ਤਾਂ ਵੀ ਉਹਨਾਂ ਨੇ ਉਹ ਕਨਸਿਸਟੈਂਟਲੀ ਮਤਲਬ ਕਿ ਲਗਾਤਾਰ ਕਰ ਰਹੇ ਸੀ ਕੁਝ ਨਾ, ਤੇ ਉਹਨਾਂ ਜੀ ਨੇ ਚਾਹਿਆ ਹਨਾ। ਤੇ ਮੈਨੂੰ ਜੀ ਲੱਗਦਾ ਲਗਾਤਾਰਤਾ ਬਹੁਤ ਜ਼ਰੂਰੀ ਆ ਜਦੋਂ ਅਸੀਂ ਕੋਈ ਕੰਮ ਕਰਦੇ ਆ ਹਨਾ। ਹੁਣ ਉਹਨਾਂ ਦੇ ਬਿਲਕੁਲ ਤੁਸੀਂ ਇਹ ਵੀ ਦੱਸਿਆ ਕਿ ਪਰਸਨਲ ਲਾਈਫ 'ਚ ਵੀ ਪ੍ਰੋਬਲਮ ਆਈ ਆ, ਕਿ ਹਸਬੈਂਡ ਵੀ, 2 ਬੱਚੇ ਵੀ ਹਨਾ। ਕਿੰਨਾ ਹਾਰਡ ਹੁੰਦਾ ਇੱਕ ਮਾਂ ਲਈ, ਤਾਂ ਇੱਕ ਵਾਈਫ ਲਈ ਹਨਾ, ਕਿਸੇ ਨੂੰ ਜੀ ਲੂਜ਼ ਕਰਨਾ। ਤੇ ਫਿਰ ਵੀ ਉਹਨਾਂ ਨੇ ਹਿੰਮਤ ਨਹੀਂ ਹਾਰੀ। ਮੈਨੂੰ ਇਹ ਲੱਗੀ ਕਿ ਉਹਨਾਂ 'ਚ ਹਿੰਮਤ ਬਹੁਤ ਜ਼ਿਆਦਾ, ਤੇ ਏਦਾਂ ਦੀ ਹਿੰਮਤ ਸਾਨੂੰ ਸਾਰਿਆਂ ਨੂੰ ਆਪਣੇ 'ਚ ਪੈਦਾ ਕਰਨੀ ਚਾਹੀਦੀ ਹੈ, ਕਿਉਂਕਿ ਦੁੱਖ ਸੁੱਖ ਤਾਂ ਸਾਰਿਆਂ ਤੇ ਹੀ ਆਉਂਦੇ ਆ ਹਨਾ। ਇਹਨਾਂ ਨੇ ਜ਼ਿੰਦਗੀ ਦੀ ਸ਼ੁਰੂਆਤ ਜਦੋਂ ਕੀਤੀ ਨਾ ਤੇ ਇੱਕ ਕਲਰਕ ਤੋਂ ਕੀਤੀ ਸੀ। ਉੱਥੇ ਇੱਕ ਕੋਈ ਡਿਪਾਰਟਮੈਂਟ ਸੀ ਐਗਰੀਕਲਚਰ ਟਾਈਪ ਦਾ, ਕੋਈ ਪਿੰਡਾਂ ਜਿਵੇਂ ਹੁੰਦਾ ਹੈਗਾ, ਤੇ ਉਹਦੇ 'ਚ ਐਜ਼ ਅ ਕਲਰਕ ਸ਼ੁਰੂ ਕੀਤੀ। ਉਸ ਤੋਂ ਬਾਅਦ ਫਿਰ ਕੁਝ ਟਾਈਮ ਤੋਂ ਬਾਅਦ ਇਹਨਾਂ ਨੇ ਤਕਰੀਬਨ 3-3.5 ਸਾਲ ਉੱਥੇ ਕਰਨ ਤੋਂ ਬਾਅਦ ਨੌਕਰੀ, ਫਿਰ ਇਹ ਟੀਚਰ ਬਣੇ। ਤੇ ਟੀਚਰ ਦੇ ਅੰਦਰ ਇੱਕ ਜਿਹੜੀ ਖਾਸ ਗੱਲ ਹੁੰਦੀ ਹੈ ਕਿ ਉਹ ਹਰ ਦਿਨ ਕੁਝ ਨਵਾਂ ਸਿੱਖਦੇ ਵੀ ਨੇ ਔਰ ਸਿਖਾਉਂਦੇ ਵੀ ਨੇ। ਇਹ ਇੱਕ ਮੈਸੇਜ ਜਿਹੜਾ ਕਿਉਂਕਿ ਸਿਖਾਉਣ ਲਈ ਸਿੱਖਣਾ ਪੈਂਦਾ ਪਹਿਲਾਂ ਹਨਾ। ਸਿੱਖਣਾ ਪੈਂਦਾ ਹੈ। ਸਮਝੋ ਫਿਰ ਸਮਝਾਓ। ਮੈਂ ਇੱਕ ਕਿਤਾਬ ਵੀ ਲਿਖੀ ਸੀ ਇਹਦੇ ਤੇ, ਸਮਝੋ ਔਰ ਸਮਝਾਓ। ਪੀਕੌਕ ਬੁੱਕਸ ਵਾਲੇ ਨੇ ਪਬਲਿਸ਼ ਕੀਤੀ ਸੀ ਬਹੁਤ ਸਾਲ ਪਹਿਲੇ। ਬਹੁਤ ਅੱਛੀ ਕਿਤਾਬ, ਬੜੀ ਪਪੂਲਰ ਹੋਈ। ਮੈਨੂੰ ਧਿਆਨ ਨਹੀਂ ਹੈਗਾ, ਮੇਰੇ ਖਿਆਲ ਹੋਏਗੀ, ਲੇਕਿਨ ਅਦਰਵਾਈਜ਼ ਉਹਦੀ ਹਾਰਡ ਕਾਪੀ ਤੇ ਬਲੇ ਬਹੁਤ ਪਪੂਲਰ ਹੋਈ ਸੀ। ਤੇ ਸਮਝੋ ਔਰ ਸਮਝਾਓ। ਤੇ ਕੋਈ ਵੀ ਗੱਲ ਅਸੀਂ ਕੀ ਹੈ ਕਿ ਗੱਲ ਨੂੰ ਪੂਰੀ ਤਰ੍ਹਾਂ ਸਮਝਦੇ ਨਹੀਂ, ਆਪਣੀ ਲਾਈਫ ਵਿੱਚ ਉਹਨੂੰ ਇੰਪਲੀਮੈਂਟ ਕਰਕੇ ਕਦੀ ਦੇਖਿਆ ਨਹੀਂ ਹੈਗਾ, ਔਰ ਅਸੀਂ ਉਸ ਤੋਂ ਪਹਿਲੇ ਸਮਝਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੰਦੇ ਹਾਂ। ਪੇਰੈਂਟਸ ਦੇ ਨਾਲ ਔਰ ਬੱਚਿਆਂ ਦੇ ਨਾਲ ਜਿਹੜਾ ਜਨਰੇਸ਼ਨ ਗੈਪ ਦੀ ਦਿੱਕਤ ਆਉਂਦੀ, ਉਹ ਸਿਰਫ ਇਸੇ ਕਰਕੇ ਆਉਂਦੀ ਹੈਗੀ ਕਿ ਪੇਰੈਂਟਸ, ਕਿਉਂਕਿ ਬੱਚੇ ਅੱਜ ਦੀ ਡੇਟ ਵਿੱਚ ਸਮਝਾਉਣ ਨਾਲ ਨਹੀਂ, ਉਹ ਸਾਡੇ ਜੋ ਬਿਹੇਵੀਅਰ ਹੈਗਾ, ਜੋ ਕੁਝ ਅਸੀਂ ਕਰਦੇ ਹੈਗੇ, ਉਸ ਨੂੰ ਫਾਲੋ ਕਰਦੇ ਨੇ ਬਲਾਈਂਡਲੀ। ਤੇ ਮੇਨ ਚੀਜ਼ ਇਹ ਹੈਗਾ ਕਿ ਸਾਨੂੰ ਐਗਜ਼ਾਮਪਲ ਦੇਣ ਦੀ ਬਜਾਏ ਐਗਜ਼ਾਮਪਲ ਸੈੱਟ ਕਰਨਾ ਪਏਗਾ। ਆਪਣੀ ਲਾਈਫ ਵਿੱਚ ਉਹ ਐਗਜ਼ਾਮਪਲ ਉਤਾਰਨੇ ਪੈਣਗੇ ਸਾਨੂੰ ਉਸ ਤਰ੍ਹਾਂ ਦਾ। ਅੱਜ ਹੁਣ ਮੇਰੇ ਘਰ ਹੈਗਾ, ਮਤਲਬ ਕਿ ਰਬਾਨੀ ਹੈਗੀ, ਜਿੱਦਾਂ ਤੁਸੀਂ ਮਿਲੇ ਵੀ ਹੋਏ, ਉਹਦਾ ਪ੍ਰੋਗਰਾਮ ਵੀ ਕੀਤਾ ਸੀ। ਹੁਣ ਕਿਉਂਕਿ ਮੇਰੇ ਘਰ ਕਿਤਾਬਾਂ ਦੀ ਗੱਲ ਹੁੰਦੀ ਹੈ, ਕਿਤਾਬਾਂ ਲਿਖਦਾ ਹੈਗਾ, ਹੁਣ ਉਹਨੂੰ ਹੁਣੇ ਤੋਂ ਇੰਨਾ ਇੰਟਰਸਟ ਆ ਗਿਆ, ਉਹ ਮਾਰਕੀਟ ਜਦੋਂ ਜਾਏਗੀ ਤੇ ਕਦੀ ਵੀ ਗਿਫਟ ਜਾਂ ਕੱਪੜੇ ਲੈਣ ਦੀ ਬਜਾਏ ਉਹ ਕਿਤਾਬਾਂ ਲੈ ਕੇ ਆਉਂਦੀ। ਮੇਰਾ ਛੋਟਾ ਬੇਟਾ ਜਿਹੜਾ ਉੱਥੇ ਕੈਨੇਡਾ ਤੁਹਾਡੇ ਕੋਲੇ, ਉਹ ਇੰਡੀਆ ਜਦੋਂ ਆਉਂਦਾ ਹੈਗਾ, ਤੇ ਉਹ ਜਦੋਂ ਵੀ ਇੱਥੋਂ ਜਾਂਦੇ ਹੈਗੇ ਨੇ, ਤੇ ਇੱਕ ਸੂਟਕੇਸ ਜਿਹੜਾ ਹੈਗਾ ਉਹ ਅੱਧੇ ਤੋਂ ਜ਼ਿਆਦਾ ਕਿਤਾਬਾਂ ਨਾਲ ਭਰਿਆ ਹੁੰਦਾ। ਹਰ ਵਾਰੀ ਇੱਥੋਂ ਇੰਨੀਆਂ ਸਾਰੀਆਂ ਬੁੱਕਸ ਲੈ ਕੇ ਜਾਂਦੇ ਨੇ। ਵੱਡੀ ਗੱਲ ਹੈ। ਤੇ ਨੌਲੇਜ ਜਿਹੜੀ ਹੈਗੀ ਨਾ, ਫਾਈਨਲੀ ਤੁਹਾਨੂੰ ਮਤਲਬ ਕਿ ਧਰਮ ਵੀ ਜਿਹੜਾ ਹੈਗਾ ਉਹ ਕਰਮ ਦੇ ਨਾਲ ਹੈਗਾ। ਅਸੀਂ ਜੇ ਧਰਮ ਤੇ ਵੀ ਚੱਲਣਾ ਹੈਗਾ ਤੇ ਤਾਂ ਹੀ ਉਹਦਾ ਹੈਗਾ ਜੇ ਨਾਲ ਨਾਲ ਅਸੀਂ ਕਰਮ ਕਰਾਂਗੇ। ਕਰਮ ਦੇ ਕਰਾਂਗੇ, ਹਾਂਜੀ ਬਿਲਕੁਲ ਸਹੀ। ਜੇ ਕਰਮ ਔਰ ਗਿਆਨ ਦੋਨੋਂ ਚੀਜ਼ਾਂ ਮਿਲ ਜਾਣ ਤੇ ਫਿਰ ਜਿਸ ਤਰ੍ਹਾਂ ਇਹਨਾਂ ਨੇ ਦੁਨੀਆ ਦੇ ਸਾਹਮਣੇ ਮਿਸਾਲ ਕਾਇਮ ਕੀਤੀ, ਕੋਈ ਵੀ ਬੱਚਾ, ਕੋਈ ਵੀ ਯੰਗ, ਕੋਈ ਵੀ ਇਨਸਾਨ, ਭਾਵੇਂ ਪਿੰਡ ਦੇ ਕਿਤੋਂ ਹੀ ਨਿਕਲਿਆ ਹੈਗਾ, ਉਹ ਇਸ ਲੈਵਲ ਤੱਕ ਪਹੁੰਚ ਸਕਦਾ ਹੈਗਾ। ਮੈਂ ਸਿਰਫ ਲਾਸਟ ਵਿੱਚ ਇੱਕ ਲਾਈਨ ਕਹਿ ਕੇ ਤੇ ਅਸੀਂ ਇਹਨੂੰ ਖਤਮ ਕਰਾਂਗੇ, ਨਹੀਂ ਤੇ ਪ੍ਰੋਗਰਾਮ ਲੰਬਾ ਹੋ ਜਾਏਗਾ। ਉਹ ਇੱਕ ਮੈਨੂੰ ਹਿੰਦੀ ਦਾ ਸ਼ੇਰ ਯਾਦ ਆ ਰਿਹਾ ਹੈ कि उम्र कभी थका नहीं सकती, ठोकरें कभी गिरा नहीं सकती, अगर मन में हिम्मत हो कुछ कर दिखाने की, हार चाह कर भी हमें कभी हरा नहीं सकती। That's nice. सही किया, बिल्कुल। ਸਾਡੇ ਆਪਣੇ ਅੰਦਰ ਬਸ ਉਹ ਜਿਹੜਾ ਹੈਗਾ ਜਜ਼ਬਾ, ਹਾਂਜੀ, ਮੇਨ ਇਹੀ ਹੈ ਕਿ ਜਜ਼ਬਾ ਨਾ ਅੰਦਰਲਾ ਖਤਮ ਹੋਣ ਦਿਓ ਆਪਣਾ, ਬਸ ਤੇ ਲਗਾਤਾਰ ਆਪਣਾ ਕੁਛ ਨਾ ਕੁਛ ਕਰਦੇ ਰਹੋ, ਤੇ ਹਿੰਮਤ ਨਹੀਂ ਹਾਰੋ ਕਦੀ। ਕੋਈ ਪ੍ਰੋਬਲਮ ਆ ਗਈ ਆ, ਕੋਈ ਲਾਈਫ 'ਚ ਟ੍ਰੈਜੇਡੀ ਹੋ ਗਈ ਆ, ਹਨਾ, ਆਰਟ ਆਫ ਲਾਈਫ ਆਉਣਾ ਚਾਹੀਦਾ, ਜਿੱਦਾਂ ਤੁਸੀਂ ਦੱਸਿਆ ਹੀ ਆ ਸਾਰਿਆਂ ਨੂੰ। ਆਰਟ ਆਫ ਲਾਈਫ ਔਰ ਪਾਰਟ ਆਫ ਲਾਈਫ। ਪਾਰਟ ਆਫ ਲਾਈਫ। ਛੋਟੀਆਂ ਮੋਟੀਆਂ ਪਰੇਸ਼ਾਨੀਆਂ ਪਾਰਟ ਆਫ ਲਾਈਫ, ਔਰ ਉਹਨਾਂ ਨੂੰ ਹੈਂਡਲ ਕਰਨਾ, ਟੈਕਲ ਕਰਕੇ ਉਹਨਾਂ ਚੋਂ ਨਿਕਲਣਾ, ਦੈਟ ਇਜ਼ ਆਰਟ ਆਫ ਲਾਈਫ।
ਬਹੁਤ ਵਧੀਆ ਗੱਲਾਂ। ਸੋ ਇੰਸਪੀਰੇਸ਼ਨ ਸਾਨੂੰ ਸਾਰਿਆਂ ਨੂੰ ਬਹੁਤ ਮਿਲੀ ਆ, ਮੈਂ ਵੀ ਸਿੱਖਿਆ ਤੁਹਾਡੇ ਕੋਲੋਂ ਬਹੁਤ ਅੱਜ ਵੀ, ਤੇ ਚੱਜ ਦੀਆਂ ਗੱਲਾਂ। ਪ੍ਰੋਗਰਾਮ ਸਾਡਾ ਬਹੁਤ ਵਧੀਆ ਚੱਲ ਰਿਹਾ, ਆਈ ਥਿੰਕ ਸਾਰੇ ਲਾਈਕ ਕਰਦੇ ਆ ਬਹੁਤ ਜ਼ਿਆਦਾ। ਤੇ ਅੱਜ ਲਈ ਇਹੀ ਸੀਗਾ ਸਾਡਾ ਮੇਨ ਮੋਟਿਵ ਕਿ ਅਸੀਂ ਸਾਰਿਆਂ ਨੂੰ ਦੱਸੀਏ ਕਿ ਕਿੰਨੀ ਵੱਡੀ ਪ੍ਰੇਰਨਾਦਾਇਕ ਗੱਲ ਹੋਈ ਹੈ। ਇੰਡੀਆ ਦੇ ਪ੍ਰੈਜ਼ੀਡੈਂਟ ਬਣ ਕੇ ਸਾਨੂੰ ਸਾਰਿਆਂ ਨੂੰ ਉਹਨਾਂ ਨੇ ਪ੍ਰੇਰਨਾ ਦਿੱਤੀ ਹੈ ਕਿ ਤੁਸੀਂ ਵੀ ਕੁਝ ਕਰ ਸਕਦੇ ਆ, ਕਿ ਜ਼ਿੰਦਗੀ 'ਚ ਹਾਰਨਾ ਨਹੀਂ ਚਾਹੀਦਾ, ਸਾਨੂੰ ਸਾਰਿਆਂ ਨੂੰ ਹਿੰਮਤ ਰੱਖਣੀ ਹੈ। ਤੋ ਜੀ ਇਸੇ ਤਰ੍ਹਾਂ ਇਸੇ ਟੌਪਿਕ ਨੂੰ ਅਸੀਂ ਇੱਥੇ ਹੀ ਛੱਡਦੇ ਹਾਂ ਤੇ ਕਰਦੇ ਹਾਂ ਅਗਲੇ ਵੀਕ ਦਾ ਇੰਤਜ਼ਾਰ। ਤੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਚੱਜ ਦੀਆਂ ਗੱਲਾਂ ਵਿੱਚ ਜੋਲੀ ਅੰਕਲ ਨਾਲ ਅੱਜ ਫਿਰ ਬਹੁਤ ਸਾਰੀਆਂ ਚੱਜ ਦੀਆਂ ਇੱਕ ਨਹੀਂ ਕਾਫੀ ਗੱਲਾਂ ਸਿੱਖਣ ਨੂੰ ਮਿਲੀਆਂ, ਤੇ ਆਈ ਹੋਪ ਤੁਸੀਂ ਸਾਰੇ ਵੀ ਸਿੱਖਦੇ ਹੋਵੋਗੇ ਜ਼ਰੂਰ ਪ੍ਰੋਗਰਾਮ ਤੋਂ। ਤੇ ਜੋਲੀ ਅੰਕਲ ਦਾ ਨੰਬਰ ਤੇ ਉਹਨਾਂ ਦਾ YouTube ਚੈਨਲ ਵੀ ਹੈਗਾ, ਤੇ ਉੱਥੇ ਵੀ ਤੁਸੀਂ ਇੰਸਪੀਰੇਸ਼ਨਲ ਵੀਡੀਓਜ਼ ਦੇਖ ਸਕਦੇ ਆ। ਬੁੱਕਸ ਵੀ ਬਹੁਤ ਲਿਖੀਆਂ ਇਹਨਾਂ ਨੇ, 39 ਬੁੱਕਸ ਲਿਖੀਆਂ ਹੋਈਆਂ। ਉਹ ਵੀ ਪੜ੍ਹਨੀਆਂ, ਆਨਲਾਈਨ ਵੀ ਅਵੇਲੇਬਲ ਆ, ਤੇ ਬਾਈ ਵੀ ਕਰ ਸਕਦੇ ਆ ਹਾਰਡ ਕਾਪੀਜ਼। ਤੇ ਨੰਬਰ ਉਹਨਾਂ ਦਾ ਆ ਰਿਹਾ ਹੁੰਦਾ ਸਕਰੀਨ ਤੇ। ਸੋ ਅੱਜ ਲਈ ਇੰਨਾ ਹੀ, ਅਗਲੀ ਵਾਰ ਮਿਲਦੇ ਆ ਨਵੀਂ ਪ੍ਰੇਰਨਾ ਦੀ ਗੱਲਾਂ, ਚੱਜ ਦੀਆਂ ਗੱਲਾਂ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।